أيها الذين آمنوا ادخلوا في السلم كافة ولا تتبعوا خطوات الشيطان إنه لكم عدو مبين ਮੁਖੜਾ ਨਬੀ ਦਾ ਰੱਬ ਨੇ ਆਪ ਬਣਾਇਆ ਏ ਚੰਨ ਤੇ ਸੂਰਜ ਨਾਲੋਂ ਵੱਧ ਕੇ ਸਜਾਇਆ ਏ ਮੁਖੜਾ ਨਬੀ ਦਾ ਰੱਬ ਨੇ ਆਪ ਬਣਾਇਆ ਏ ਚੰਨ ਤੇ ਸੂਰਜ ਨਾਲੋਂ ਵੱਧ ਕੇ ਸਜਾਇਆ ਏ ਚਿਹਰਾ ਉਠੇ ਤੇ ਕਿਬਲਾ ਰੱਬ ਤਬਦੀਲ ਕਰੇ ਉਂਗਲੀ ਉਠੇ ਤੇ ਚੰਨ ਨੂੰ ਰੱਬ ਤਹਲੀਲ ਕਰੇ। ਬੋਲੋ ਥੋੜੇ ਥੋੜੇ, ਸੁੱਤੇ ਪਏ ਹੋ, ਚੰਗੀ ਨੀਂਦ ਗੁਜ਼ਰੀ ਹੈ। चेहरा उठे ते किबला रब तब्दील करे उंगली उठे ते चन्न नू रब तहलील करे बंद मुट्ठी विच रोड़ा नू कलमा पढ़ाया ए चन्न ते सूरज नालों वध के सजाया ए लब मुबारक जद भी आका खोलदे ने बन जांदा ए कुरान जो आका बोलदे ने वमा यंतिकु अनिल हवा रब फरमाया ए चन्न ते सूरज नालों वध के सजाया ए हमद दा झंडा जिस दिन आका फड़ना ए हमद दा झंडा जिस दमे आका फड़ना ए कुल नबियां ने ओदे थल्ले खड़ना ए सरदारी दे के रब ने शान वधाया ए चन्न ते सूरज नालों वध के सजाया ए। मुअज़्ज़ज़ सामाईन मोहतरम बुज़ुर्गों दोस्तों, पर्दे अंदर बैठ के सुनने वाली इस्लामी रूहानी माओं और बहनों, रमज़ानुल मुबारक तो बाद आज दूसरा खुतबा जुमअतुल मुबारका नबी पाक सल्लल्लाहु अलैहि वआलिहि वसल्लम दी बड़ी मारूफ हदीस मुबारका है। आपने फरमाया मन युरिदिल्लाहु बिही खैरन युफ़क्किहु फिद्दीन। अल्लाह पाक जिस बंदे दे नाल खैर दा भलाई दा इरादा कर लैन ना, अल्लाह उस बंदे नूं दीन दी समझ अता कर देंदे ने। ऐसे हदीस ते मेरा सारा जुम्मा सारी गुफ्तगू होएगी कि अल्लाह पाक जिस बंदे दे नाल भी इरादा कर लेना कि इस बंदे नूं मैं खैर अता करनी है, बरकत अता करनी है, रहमत अता करनी है, इनू मैं भलाई वाले रस्ते ते रखना है, इनू फितनियां ते फसाद तो बचाना है, इनू नुकसान वाले तमाम उन रास्तियां तो बचाना है। इस जेड़े रास्ते इस बंदे मेरे बंदे वास्ते बाइसे नुकसान ने, वो नुकसान किसी तरह का माली जानी वो औलाद वालों नुकसान होए, घरेलू मामलात का कोई मसला होए, नबी पाक ने फरमाया जदों अल्लाह पाक इरादा कर लैन ना खैर दा, फिर उस बंदे नूं अल्लाह पाक अपने दीन दी पूरी समझ अता कर देंदे।
ਅੱਜ ਦਾ ਜਿਹੜਾ ਦੌਰ ਪੁਰਫਿਤਨ ਦੌਰ ਜਿਸ ਦੇ ਅੰਦਰੋਂ ਤੁਸਾਂ ਔਰ ਮੈਂ ਗੁਜ਼ਰ ਰਹੇ ਹਾਂ, ਯਕੀਨਨ ਅੱਜ ਦੇ ਦੌਰ ਦੇ ਅੰਦਰ ਜਿਸ ਦੌਰ 'ਚੋਂ ਤੁਸਾਂ ਔਰ ਮੈਂ ਗੁਜ਼ਰ ਰਹੇ ਹਾਂ, ਸਾਡੀਆਂ ਔਰਤਾਂ ਮਸਤੂਰਾਤ ਜਿਸ ਦੌਰ ਦੇ ਅੰਦਰ ਜ਼ਿੰਦਗੀ ਪੈ ਬਸਰ ਕਰਦੇ ਨੇ, ਇਸ ਦੌਰ ਅੰਦਰ ਜਿਹੜਾ ਮਰਦ ਜਿਹੜੀ ਔਰਤ ਦੀਨਦਾਰ ਹੈ ਉਹ ਯਕੀਨ ਰੱਖੇ, ਤਸੱਲੀ ਰੱਖੇ ਕਿ ਅੱਲਾਹ ਪਾਕ ਨੇ ਉਹਨੂੰ ਖੈਰ ਵਾਲਾ ਰਾਸਤਾ ਅਤਾ ਕਰ ਛੱਡਿਆ। ਅੱਲਾਹ ਪਾਕ ਨੇ ਖੈਰ ਵਾਲਾ ਮਾਮਲਾ ਉਸ ਮਰਦ ਤੇ ਔਰਤ ਦੇ ਨਾਲ ਫਰਮਾ ਛੱਡਿਆ। ਔਰ ਜਿਸ ਬੰਦੇ ਦੇ ਨਾਲ ਅੱਲਾਹ ਪਾਕ ਖੈਰ ਦਾ ਇਰਾਦਾ ਕਰ ਲੈਣ, ਜਿਹਨੂੰ ਖੈਰ ਦਾ ਮੁਸਤਹਿਕ ਬਣਾ ਦੇਣ, ਉਸ ਦੀ ਇੱਜ਼ਤ ਫਿਰ ਮਹਫੂਜ਼ ਹੈ, ਉਸ ਦੀ ਜਾਨ ਮਹਫੂਜ਼ ਹੈ, ਉਸ ਦਾ ਮਾਲ ਮਹਫੂਜ਼ ਹੈ, ਉਸ ਦੀ ਦੁਕਾਨ ਮਹਫੂਜ਼ ਹੈ, ਉਸ ਦੀ ਮਾਰਕੀਟ, ਉਸ ਦਾ ਬਿਜ਼ਨਸ ਫਿਰ ਅੱਲਾਹ ਪਾਕ ਮਹਫੂਜ਼ ਕਰ ਦਿੰਦੇ ਨੇ, ਜਿਹਦੇ ਨਾਲ ਅੱਲਾਹ ਪਾਕ ਖੈਰ ਦਾ ਇਰਾਦਾ ਫਰਮਾ ਲੈਣ। ਔਰ ਜਿਸ ਬੰਦੇ ਨੂੰ ਦੀਨ ਦੀ ਸਮਝ ਆ ਜਾਏ, ਦੀਨ ਦਾ ਸ਼ੌਕ ਔਰ ਜ਼ੌਕ ਉਹਦੇ ਦਿਲੋਂ ਦਿਮਾਗ ਅੰਦਰ ਪੈਦਾ ਹੋ ਜਾਏ, ਉਹ ਯਕੀਨ ਰੱਖੇ ਦੁਨੀਆ ਦੇ ਜਿਹੜੇ ਵੀ ਕੋਨੇ ਤੇ ਚਲਾ ਜਾਏ, ਅੱਲਾਹ ਪਾਕ ਉਹਦੀ ਇੱਜ਼ਤ ਦਾ ਮੁਹਾਫਿਜ਼ ਖੁਦ ਬਣ ਜਾਂਦਾ ਹੈ। ਅੱਲਾਹ ਪਾਕ ਉਸ ਦੀ ਜਾਨ ਮਾਲ, ਉਸ ਦੇ ਕਾਰੋਬਾਰ, ਉਸ ਦੀ ਔਲਾਦ ਦਾ ਖੁਦ ਅੱਲਾਹ ਮੁਹਾਫਿਜ਼ ਬਣ ਜਾਂਦਾ ਹੈ। ਇਸ ਮੌਜ਼ੂ ਨੂੰ ਸੁਣਾਉਣ ਦਾ ਮਕਸਦ ਕੀ ਹੈ? ਕਿਉਂਕਿ ਜਿਹੜਾ ਖਤੀਬ ਹੁੰਦਾ ਹੈ ਨਾ, ਉਸ ਤੇ ਲਾਜ਼ਮ ਹੈ, ਫਰਜ਼ ਹੈ, ਮੌਕੇ ਦੀ ਮੁਨਾਸਬਤ ਦੇ ਨਾਲ ਉਨਵਾਨ ਨੂੰ ਜਿਹੜਾ ਹੈ ਨਾ ਆਵਾਮ ਨੂੰ ਬਿਆਨ ਕਰੇ ਔਰ ਆਵਾਮ ਨੂੰ ਆਗਾਹੀ ਦੇ। ਮੈਂ ਸਮਝਣਾ ਕਿ ਅੱਜ ਦਾ ਜਿਹੜਾ ਖੁਤਬਾ ਜੁਮਅਤੁਲ ਮੁਬਾਰਕਾ, ਇਹ ਜਿਹੜੀ ਅਸੀਂ ਜ਼ਿੰਦਗੀ ਪੈ ਹੁਣ ਗੁਜ਼ਾਰਨੇ ਆ ਮਾਹਿ ਰਮਜ਼ਾਨ ਤੋਂ ਬਾਅਦ, ਇਹ ਉਨਵਾਨ ਬੜਾ ਜ਼ਰੂਰੀ ਹੈ, ਇਹਨੂੰ ਬਿਆਨ ਕਰਨਾ ਔਰ ਇਸ ਨੂੰ ਸਮਝਣਾ। ਇਸ ਵਾਸਤੇ ਸਾਰੇ ਸਾਥੀ ਬੜੀ ਤਵੱਜੋ ਦੇ ਨਾਲ ਮੇਰੀ ਗੁਫ਼ਤਗੂ ਵੱਲ ਤਵੱਜੋ ਕਰਿਆ ਜੇ। ਮੈਂ ਬਿਲਾ ਤਮਹੀਦ ਬਿਲਾ ਤਾਖੀਰ ਆਪਣੀ ਬਾਤ ਦਾ ਆਗਾਜ਼ ਕਰ ਚੁੱਕਿਆ ਕਿ ਜਿਹੜਾ ਬੰਦਾ ਆਪਣੇ ਘਰ ਅੰਦਰ ਦਾਇਰੇ ਅੰਦਰ ਰਹਿ ਕੇ ਜਿੱਥੇ ਜਿੱਥੇ ਜਿਹੜੀ ਟੈਨਸ਼ਨ ਲੈ ਕੇ ਬੈਠਾ ਹੈ, ਉਸ ਟੈਨਸ਼ਨ ਨੂੰ ਆਪਣੇ ਸਾਹਮਣੇ ਰੱਖ ਕੇ ਤੇ ਫਿਰ ਮੇਰੀ ਗੁਫ਼ਤਗੂ ਨੂੰ ਸੁਣੇ। ਔਰ ਗੁਫ਼ਤਗੂ ਸੁਣਨ ਤੋਂ ਬਾਅਦ ਤੁਹਾਡੇ ਦਿਲ ਖੁਦ ਇਹ ਬਾਤ ਕਹੇਗਾ, ਤੁਹਾਡਾ ਜ਼ਮੀਰ ਮੇਰੀ ਗੁਫ਼ਤਗੂ ਸੁਣਨ ਤੋਂ ਬਾਅਦ ਖੁਦ ਤੁਹਾਨੂੰ ਇਹ ਆਵਾਜ਼ ਦੇ ਕੇ ਕਹੇਗਾ, ਯਾਰ ਅੱਜ ਮੇਰਾ ਨਾ ਜਿਸਮ ਹੌਲਾ ਹੋ ਗਿਆ ਹੈ, ਮੇਰੀਆਂ ਟੈਨਸ਼ਨਾਂ ਥੋੜੀਆਂ ਜਿਹੀਆਂ ਲੱਥ ਗਈਆਂ ਨੇ। ਕਿਉਂਕਿ ਹਰ ਦੂਸਰਾ ਤੀਸਰਾ ਬੰਦਾ ਕੋਈ ਨਾ ਕੋਈ ਪਰੇਸ਼ਾਨੀ ਅੰਦਰ, ਕੋਈ ਨਾ ਕੋਈ ਟੈਨਸ਼ਨ ਅੰਦਰ ਹੈ। ਤੋ ਲਿਹਾਜ਼ਾ ਅਸਾਂ ਅਗਰ ਆਪਣੀਆਂ ਟੈਨਸ਼ਨਾਂ, ਆਪਣੇ ਤੇ ਪਏ ਬੋਝ, ਇਹ ਦੁੱਖ ਪਰੇਸ਼ਾਨੀਆਂ ਮੁਸੀਬਤਾਂ, ਇਹ ਮੁਆਸ਼ਰੇ ਦੇ ਅੰਦਰ ਜਿਤਨੇ ਫਿਤਨੇ ਸਰ ਉਠਾ ਚੁੱਕੇ ਨੇ, ਇਹਨਾਂ ਤੋਂ ਬਚਣ ਵਾਸਤੇ ਅੱਜ ਦੀ ਗੁਫ਼ਤਗੂ ਔਰ ਅੱਜ ਦੇ ਮੌਜ਼ੂ ਤੋਂ ਕੋਈ ਪਿਆਰਾ ਮੌਜ਼ੂ ਨਹੀਂ, ਕੋਈ ਕੀਮਤੀ ਮੌਜ਼ੂ ਨਹੀਂ। ਹੁਣ ਤੁਸੀਂ ਮੇਰੀ ਗੁਫ਼ਤਗੂ ਵੱਲ ਤਵੱਜੋ ਕਰਦੇ ਰਹਿਣਾ ਤੇ ਇਨਸ਼ਾਅੱਲਾ ਜ਼ੇਨ ਸਾਜ਼ੀ ਵੀ ਹੁੰਦੀ ਰਹੇਗੀ ਔਰ ਬਾਤ ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਨਾ ਆਸਾਨ ਤੋਂ ਆਸਾਨ ਅਲਫਾਜ਼ ਅੰਦਰ ਬਿਆਨ ਕਰਾਂ। ਮੈਂ ਹਦੀਸ ਬਿਆਨ ਕੀ ਕੀਤੀ ਹੈ, ਅੱਲਾਹ ਪਾਕ ਜਿਹਦੇ ਨਾਲ ਖੈਰ ਦਾ ਇਰਾਦਾ ਕਰ ਲੈਣ, ਅੱਲਾਹ ਉਸ ਬੰਦੇ ਨੂੰ ਕੀ ਕਰਦੇ ਨੇ? ਢਿੱਲੇ ਢਿੱਲੇ ਬੋਲਦੇ ਹੋ ਕਿਵੇਂ ਹਾਜੀ ਮੁਬਾਰਕ ਸਾਹਿਬ? ਬੋਲੋ ਨਾ ਥੋੜਾ। ਜਿਹਦੇ ਨਾਲ ਅੱਲਾਹ ਪਾਕ ਖੈਰ ਦਾ ਇਰਾਦਾ ਕਰ ਲੈਣ, ਉਹਨੂੰ ਦੀਨ ਦੀ ਸਮਝ ਅਤਾ ਕਰ ਦਿੰਦੇ ਨੇ। ਦੀਨ ਦੀ ਜਿਸ ਬੰਦੇ ਨੂੰ ਸਮਝ ਆ ਗਈ ਹੈ ਨਾ, ਵੀ ਜਿਹਨੇ ਕੋਸ਼ਿਸ਼ ਕਰ ਲਈਏ, ਇੱਕ ਦੇ ਬੰਦਾ ਹੋਵੇ ਉਹਨੇ ਦੀਨ ਵਾਸਤੇ ਕੋਸ਼ਿਸ਼ ਹੀ ਨਹੀਂ ਕੀਤੀ। ਉਹ ਕੋਸ਼ਿਸ਼ ਕਿਹਨੂੰ ਆਂਦੇ ਨੇ? ਉਹ ਮੋਬਾਈਲਾਂ ਤੇ ਲੱਗੇ ਨੇ ਘਰ ਪਏ, ਉਹਨਾਂ ਨੂੰ ਪਤਾ ਜੁਮਾ ਹੈ, ਅੱਜ ਉਹਨਾਂ ਨੂੰ ਪਤਾ ਜੁਮਾ ਸ਼ੁਰੂ ਹੋ ਗਿਆ ਹੈ, ਲੇਕਿਨ ਨਹੀਂ, ਉਹਨਾਂ ਨੂੰ ਸ਼ੈਤਾਨ ਨੇ ਇਸ ਕਦਰ ਜਕੜਿਆ ਹੋਇਆ ਸੰਗਲਾ ਅੰਦਰ ਵੀ ਨਹੀਂ, ਤੁਹਾਨੂੰ ਅਸੀਂ ਮਸਜਿਦ ਜਾਣ ਨਹੀਂ ਦੇਣਾ ਵਕਤ ਦੇ ਨਾਲ, ਤਾਂ ਕਿ ਦੀਨ ਤੁਹਾਨੂੰ ਸਮਝ ਨਾ ਲੱਗੇ। ਜਦੋਂ ਦੀਨ ਸਮਝ ਨਹੀਂ ਆਏਗਾ, ਰੋਂਦਾ ਰਹਿ, ਫਿਰ ਤਵੀਤਾਂ ਵਾਲੇ ਪਾਸੇ ਜਾ, ਕਬਰਾਂ ਸ਼ਜਰਾਂ ਤੇ ਜਾ ਕੇ ਇਹ ਖਾਕ ਤੇ ਮੱਟੀ ਛਾਂਦਾ ਰਹਿ, ਫਿਰ ਤੂੰ ਇਹ ਜੋਗਾ ਹੀ ਰਹੇਗਾ, ਮੈਨੂੰ ਮੇਰੇ ਭਰਾ ਤਵੀਤ ਪਾਤੇ, ਮੈਨੂੰ ਮੇਰੀ ਭੈਣ ਤਵੀਤ ਪਾਤੇ, ਮੈਨੂੰ ਫਲਾਂ। ਇਹੋ ਜਿਹੇ ਮਾਮਲਾਤ 'ਚੋਂ ਅਗਰ ਤੁਸੀਂ ਬਚਣਾ ਚਾਹੁੰਦੇ ਹੋ, ਆਪਣੀ ਜ਼ਿੰਦਗੀ ਨੂੰ ਪਾਕ ਸਾਫ ਸ਼ਫਾਫ ਰੱਖ ਕੇ ਗੁਜ਼ਾਰਨਾ ਚਾਹੁੰਦੇ ਹੋ, ਫਿਰ ਇਹ ਦੀਨ ਦੀ ਸਮਝ ਵਾਸਤੇ ਇਹ ਨਮਾਜ਼ ਜੁਮਾ ਦਾ ਜਿਹੜਾ ਵਕਤ ਹੈ ਨਾ, ਇਹ ਥੋੜਾ ਜਿਹਾ ਵਕਤ ਹੁੰਦਾ ਹੈ 40-45 ਮਿੰਟ, ਤੇ ਇਹਨੂੰ ਨਾ ਅਹਮੀਅਤ ਦਿਆ ਕਰੋ, ਇਸ ਵਕਤ ਨੂੰ ਗਨੀਮਤ ਜਾਣਿਆ ਕਰੋ। ਇਸ ਵਾਸਤੇ ਪਰਦੇ ਅੰਦਰ ਮਾਵਾਂ ਬਹਿਨਾਂ ਵੀ ਆਈਆਂ ਨੇ, ਉਹ ਵੀ ਮੇਰੀ ਬਾਤ ਦੀ ਤਰਫ ਜ਼ਰਾ ਤਵੱਜੋ ਕਰਨਾ। ਸਾਰੀ ਦੁਨੀਆ ਅਗਰ ਮਿਲ ਕੇ ਤੇਰੇ ਵਾਸਤੇ ਫਿਤਨੇ ਖੜੇ ਕਰਨਾ ਚਾਹੇ, ਤੇਰੇ ਵਾਸਤੇ ਮੁਸੀਬਤਾਂ ਖੜੀ ਕਰਨੀ ਚਾਹੇ, ਅਗਰ ਤੇ ਤੂੰ ਦੀਨ ਦੇ ਨਾਲ ਪਿਆਰ ਪਾ ਲਿਆ, ਦੀਨ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾ, ਸਾਰੀ ਦੁਨੀਆ ਮਿਲ ਕੇ ਤੇਰੇ ਵਾਸਤੇ ਜਿੰਨੇ ਮਰਜ਼ੀ ਰਾਹ 'ਚ ਕਾਂਟੇ ਖਿਲਾਰੇ, ਕੰਡੇ ਖਿਲਾਰੇ, ਤੈਨੂੰ ਗਿਰਾਉਣ ਦੀ ਕੋਸ਼ਿਸ਼ ਕਰੇ,
ਉਸ ਬੰਦੇ ਨੂੰ ਕੋਈ ਦੁਨੀਆ ਦੀ ਤਾਕਤ ਗਿਰਾ ਨਹੀਂ ਸਕਦੀ, ਉਹਦੀ ਇੱਜ਼ਤ ਤੇ ਹਰਫ ਨਹੀਂ ਆ ਸਕਦਾ। ਕਿਉਂ? ਉਸ ਬੰਦੇ ਨੇ ਦੀਨ ਨੂੰ ਸਮਝ ਲਿਆ, ਦੀਨ ਨੂੰ ਸਮਝਣ ਦੀ ਕੋਸ਼ਿਸ਼ ਕਰ ਲਈ, ਕਿਉਂਕਿ ਉਹਦੇ ਨਾਲ ਤੇ ਅੱਲਾਹ ਪਾਕ ਨੇ ਇਰਾਦਾ, ਫਿਰ ਇੱਕ ਹੁੰਦਾ ਤੁਹਾਡਾ ਮੇਰਾ ਇਰਾਦਾ ਤੇ ਇੱਕ ਫਿਰ ਅੱਲਾਹ ਪਾਕ ਦਾ ਇਰਾਦਾ ਹੈ। ਫਿਰ ਅੱਲਾਹ ਪਾਕ ਦਾ ਇਰਾਦਾ ਕੈਸਾ ਇਰਾਦਾ ਹੈ? ਅੱਲਾਹ ਪਾਕ ਨੇ ਇਰਾਦਾ ਕਰ ਲਿਆ ਵੀ ਤੁਸੀਂ ਮੇਰੇ ਦੀਨ ਵੱਲ ਆ ਜਾਓ ਤੇ ਮੈਂ ਤੁਹਾਡੇ ਵਾਸਤੇ ਖੈਰ ਦੀਆਂ ਰਾਹਾਂ ਖੋਲ ਦਿਆਂਗਾ, ਮੈਂ ਬਰਕਤ ਦੀਆਂ ਰਾਹਾਂ ਖੋਲ ਦਿਆਂਗਾ। ਹੁਣ ਮੈਂ ਲਫ਼ਜ਼ੇ ਖੈਰ ਦੀ ਵੀ ਨਾਲ ਨਾਲ ਇਨਸ਼ਾਅੱਲਾ ਵਜ਼ਾਹਤ ਕਰਨੀ ਹੈ। ਇਹ ਲਫ਼ਜ਼ੇ ਖੈਰ ਇਹਨੂੰ ਐਵੇਂ ਮਾਮੂਲੀ ਜਾਣ ਕੇ ਛੱਡ ਨਾ ਦਿਆ ਜੇ, ਬਲਕਿ ਅਸਾਂ ਜਿਸ ਸ਼ੋਭੇ ਅੰਦਰ ਵੀ ਚਲੇ ਜਾਈਏ, ਇਹ ਖੈਰ ਜਿਹੜੀ ਅੱਲਾਹ ਪਾਕ ਨੇ ਉਸੇ ਸ਼ੋਭੇ ਅੰਦਰ ਸਾਡੇ ਵਾਸਤੇ ਫਰਮਾਈ। ਔਰ ਜਿਸ ਬੰਦੇ ਨੂੰ ਦੀਨ ਦਾ ਪਤਾ ਨਹੀਂ, ਜਿਸ ਬੰਦੇ ਨੂੰ ਦੀਨ ਦਾ ਪਤਾ ਨਹੀਂ, ਸਾਰੀ ਦੁਨੀਆ ਮਿਲ ਕੇ ਉਹਦੇ ਵਾਸਤੇ ਖੈਰ ਇਕੱਠੀ ਕਰਨੀ ਚਾਹੇ, ਲੇਕਿਨ ਉਸ ਬੰਦੇ ਵਾਸਤੇ ਖੈਰ ਦਾ ਕੋਈ ਦਰਵਾਜ਼ਾ ਖੁੱਲ੍ਹ ਨਹੀਂ ਸਕਦਾ, ਕਿਉਂਕਿ ਇਸ ਬੰਦੇ ਨੇ ਦੀਨ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਦੀਨ ਦੇ ਕਰੀਬ ਆਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਯਾਨੀ ਰਸਮੀ ਜਿਹੀ ਜ਼ਿੰਦਗੀ ਗੁਜ਼ਾਰਦਾ ਰਿਹਾ ਹੈ, ਮਨ ਮਰਜ਼ੀ ਦੀ ਜ਼ਿੰਦਗੀ ਗੁਜ਼ਾਰਦਾ ਰਿਹਾ ਹੈ, ਇਹਨੇ ਕੋਸ਼ਿਸ਼ ਨਹੀਂ ਕੀਤੀ ਮੈਂ ਦੀਨ ਨੂੰ ਸਮਝਾ। ਸਾਰੀ ਦੁਨੀਆ ਮਿਲ ਕੇ ਉਹਦੇ ਵਾਸਤੇ ਜਿੰਨੀ ਮਰਜ਼ੀ ਦੌਲਤ ਉਹਦੇ ਸਾਹਮਣੇ ਨਿਸ਼ਾਵਰ ਕਰੇ, ਜਿੰਨੀ ਮਰਜ਼ੀ ਮੁਹੱਬਤ ਵਿਖਾਏ, ਜਿੰਨੀ ਮਰਜ਼ੀ ਖੈਰ ਦੇ ਦਰਵਾਜ਼ੇ ਖੋਲ੍ਹਣ ਦੀ ਕੋਸ਼ਿਸ਼ ਕਰੇ, ਰਸੂਲ ਪਾਕ ਦੀ ਹਰ ਬਾਤ ਹੱਕ ਏ, ਸੱਚ ਏ, ਉਹ ਬੰਦਾ ਖੈਰ ਦੀ ਖੇ ਨੂੰ ਨਹੀਂ ਪਕੜ ਸਕਦਾ, ਖੈਰ ਦੀ ਖੇ ਨੂੰ ਹਾਸਲ ਨਹੀਂ ਕਰ ਸਕਦਾ ਜਿਸ ਬੰਦੇ ਅੰਦਰ ਦੀਨਦਾਰੀ ਨਹੀਂ। ਸਭ ਤੋਂ ਵੱਡੀ ਚੀਜ਼ ਹੈ ਜਿਸ ਬੰਦੇ ਅੰਦਰ ਦੀਨਦਾਰੀ ਆ ਗਈ ਹੈ ਨਾ, ਅੱਲਾਹ ਪਾਕ ਨੇ ਹਰ ਮਾਮਲੇ ਦੇ ਅੰਦਰ ਉਸ ਬੰਦੇ ਦੇ ਖੈਰ ਫਰਮਾ ਦਿੱਤੀ ਹੈ, ਖੈਰ ਅਤਾ ਕਰ ਦਿੱਤੀ ਹੈ। ਅੱਜ ਹਰ ਬੰਦਾ ਦਾਵਾ ਕਰਦਾ ਹੈ ਕਿ ਯਾਰ ਮੈਂ ਦੀਨਦਾਰ ਹਾਂ, ਯਾਨੀ ਦੀਨ ਦਾ ਦਾਵਾ ਹਰ ਕੋਈ ਕਰਦਾ ਹੈ, ਲੇਕਿਨ ਉਹਦੇ ਅੰਦਰੋਂ ਦੀਨਦਾਰੀ ਫਰੋਲ ਲਵੋ, ਦੀਨਦਾਰੀ ਸਾਨੂੰ ਨਹੀਂ ਮਿਲੇਗੀ। ਦੁਕਾਨਦਾਰ ਹੈ, ਉਹ ਆਪਣੀ ਦੁਕਾਨ ਦੇ ਅੰਦਰ ਦੀਨਦਾਰੀ ਨਹੀਂ ਦਿਖਾਏਗਾ, ਬਸ ਉਹ ਮਸਜਿਦ ਤੱਕ ਅਸਾਂ ਦੀਨਦਾਰੀ ਨੂੰ ਰੱਖਿਆ ਹੈ। ਜਿੰਨੀ ਦੇਰ ਤੱਕ ਅਸੀਂ ਮਸਜਿਦ ਅੰਦਰ ਆ, ਅਸਾਂ ਮਾਸ਼ਾਅੱਲਾ ਹਾਜੀ ਵੀ ਹਾਂ, ਨਮਾਜੀ ਵੀ ਹਾਂ, ਮਾਸ਼ਾਅੱਲਾ ਅਸੀਂ ਤਹੱਜਦ ਗੁਜ਼ਾਰ ਵੀ ਹੈ। ਸਾਡੇ ਨਾਲੋਂ ਕੋਈ ਵੱਡਾ ਨੇਕ ਅੱਲਾ ਦਾ ਵਲੀ ਦੁਨੀਆ ਦੇ ਅੰਦਰ ਹੈ ਹੀ ਕੋਈ ਨਹੀਂ, ਕੋਈ ਸਾਬਤ ਹੀ ਨਹੀਂ ਕਰ ਸਕਦਾ। ਮਸਜਿਦ ਤੋਂ ਬਾਹਰ ਨਿਕਲਣ ਦੀ ਦੇਰ ਹੈ, ਦੁਕਾਨ ਤੇ ਬਹਿੰਦਾ, 2 ਨੰਬਰੀ ਉਵੇਂ ਸ਼ੁਰੂ ਹੈ। ਮਸਜਿਦ ਚੋਂ ਬਾਹਰ ਨਿਕਲਦਾ ਹੈ, ਆਪਣੇ ਬਿਜ਼ਨਸ ਅੰਦਰ ਜਾਂਦਾ ਹੈ, ਉਹੀ ਧੋਖਾ, ਉਹੀ ਫਰਾਡ, ਉਹੀ ਠਗੀਆਂ। ਮਸਜਿਦ ਤੋਂ ਬਾਹਰ ਜਾਂਦਾ ਹੈ, ਉਸੇ ਤਰ੍ਹਾਂ ਹੱਕ ਖਾਣੇ ਸ਼ੁਰੂ ਕਰ ਦਿੰਦਾ ਹੈ। ਮਸਜਿਦ ਤੋਂ ਬਾਹਰ ਜਾਂਦਾ ਹੈ, ਉਸੇ ਤਰ੍ਹਾਂ ਪੁੱਠੀ ਛੁਰੀ ਦੇ ਨਾਲ ਆਪਣੇ ਮੁਸਲਮਾਨ ਭਰਾਵਾਂ ਦੀ, ਆਪਣੇ ਅਹਿਲੇ ਸੁਨਨਤ ਅਹਿਲੇ ਹਦੀਸ ਭਰਾਈ, ਆਪਣੇ ਮੁਸਲਮਾਨ ਭਾਈ ਕਰੀਬ ਰਹਿਣ ਵਾਲੇ, ਉਸੇ ਤਰ੍ਹਾਂ ਛਿੱਲ ਪੁੱਟੀ ਜਾਂਦਾ ਹੈ, ਸਜਦੇ ਕਰੀ ਜਾਂਦਾ ਹੈ। ਮਸਜਿਦ ਦੇ ਅੰਦਰ ਆਉਂਦਾ ਹੈ ਤੇ ਮਾਸ਼ਾਅੱਲਾ ਨਬੀ ਤੋਂ ਜਾਨ ਕੁਰਬਾਨ ਹੈ, ਯਾਨੀ ਦਾਵਾ ਇਹ ਵੇ ਕਿ ਮੈਂ ਨਬੀ ਤੋਂ ਜਾਨ ਕੁਰਬਾਨ ਕਰਾਂਗਾ, ਲੇਕਿਨ ਹਾਲਤ ਤੋਂ ਕੈਫੀਅਤ ਕੀ ਹੈ? ਜਦੋਂ ਬੰਦ ਕਮਰੇ ਅੰਦਰ ਜਾਂਦਾ ਹੈ, ਗੰਦੀਆਂ ਸੋਚਾਂ ਭੈਣ ਭਰਾਵਾਂ ਦੇ ਬਾਰੇ, ਗੰਦੀਆਂ ਸੋਚਾਂ ਆਪਣੇ ਅਜ਼ੀਜ਼ੋ ਅਕਾਰਬ ਦੇ ਬਾਰੇ, ਗੰਦੇ ਪ੍ਰੋਪੋਗੰਡੇ, ਇਸ ਤਰ੍ਹਾਂ ਦੇ ਰਾਵਾਂ ਦੇ ਅੰਦਰ ਕੰਡੇ ਖਿਲਾਰਨ ਦੇ ਪ੍ਰੋਪੋਗੰਡੇ ਜ਼ੇਨ ਅੰਦਰ ਬਣਾਉਣਾ ਹੈ। ਯਾਦ ਰੱਖ, ਦਾਵਾ ਕਰਨਾ ਸੌਖਾ ਹੈ, ਲੇਕਿਨ ਦਾਅਵੇ ਤੇ ਦਲਾਇਲ ਪੇਸ਼ ਕਰਨਾ ਅਸਲ ਕੰਮ ਹੈ। ਮੈਂ ਦਾਵਾ ਤੇ ਕਰ ਦੇਣਾ ਵਾ ਯਾਰ ਮੈਂ ਦੀਨ ਦਾ ਬੜਾ ਠੇਕੇਦਾਰ ਹਾਂ ਤੇ ਦੀਨ ਦੀ ਮੈਨੂੰ ਬੜੀ ਸਮਝ ਹੈ, ਦੀਨ ਦਾ ਬੜਾ ਪਤਾ ਹੈ, ਲੇਕਿਨ ਯਾਦ ਰੱਖਿਆ ਜੇ ਕੱਲੇ ਦਾਅਵੇ ਦੇ ਨਾਲ ਤੁਹਾਡੀ ਮੇਰੀ ਖੈਰ ਦਾ ਦਰਵਾਜ਼ਾ ਨਹੀਂ ਖੁੱਲ੍ਹਣਾ। ਦਾਅਵੇ ਦੇ ਨਾਲ ਸਾਨੂੰ ਦਲਾਇਲ ਦੇਣੇ ਪੈਣਗੇ। ਉਹ ਦਲਾਇਲ ਕਿਵੇਂ ਦੇਵਾਂਗੇ? ਜਦੋਂ ਅਸਾਂ ਦਾਅਵੇ ਦੇ ਉੱਪਰ ਪੂਰੇ ਉਤਰਦੇ ਹੋਇਆਂ ਆਪਣੀ ਤਕੜੀ ਦੇ ਅੰਦਰ ਸੌਦਾ ਤੋਲਣ ਲੱਗਿਆ, ਨਾ ਇਨਸਾਫੀ ਕਰਨੀ, ਬੋਲੋ ਕਰਨੀ ਨਹੀਂ ਕਰਨੀ। ਕਿਸੇ ਦੇ ਨਾਲ ਕੋਈ ਵੀ ਮਾਮਲਾ ਹੈ, ਉਸ ਮਾਮਲੇ ਦੇ ਅੰਦਰ ਧੋਖਾ ਫਰਾਡ ਕਰਨਾ ਨਹੀਂ। ਜਦੋਂ ਇਹਨਾਂ ਚੀਜ਼ਾਂ ਦੇ ਅੰਦਰ ਤੂੰ ਖੜਾ ਹੋ ਗਿਆ, ਯਾਦ ਰੱਖ ਤੂੰ ਆਪਣੇ ਦਾਅਵੇ ਦੇ ਉੱਪਰ ਪੂਰਾ ਉਤਰ ਆਇਆ। ਜਦੋਂ ਤੂੰ ਆਪਣੇ ਦਾਅਵੇ ਤੇ ਪੂਰਾ ਉਤਰ ਆਇਆ, ਅੱਲਾਹ ਪਾਕ ਨੇ ਆਪਣੀ ਰਹਿਮਤ ਦੇ ਨਾਲ ਤੇਰੇ ਵਾਸਤੇ ਖੈਰ ਦਾ ਹਰ ਦਰਵਾਜ਼ਾ ਖੋਲ ਦਿੱਤਾ ਹੈ। ਐਸਾ ਬੰਦਾ ਜਿਹਦੇ ਅੰਦਰ ਦੀਨਦਾਰੀ ਆ ਗਈ, ਦੀਨ ਨਾਲ ਮੁਹੱਬਤ ਪਾ ਲਈ, ਦੀਨ ਨਾਲ ਪਿਆਰ ਪਾ ਲਿਆ, ਉਹਦਾ ਹਰ ਉੱਠਣ ਵਾਲਾ ਕਦਮ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਖੈਰ ਦੀ ਤਰਫ ਹੈ ਤੇ ਭਲਾਈ ਦੀ ਤਰਫ। ਮੈਂ ਤੁਹਾਨੂੰ ਨਾ ਆਸਾਨ ਕਰਕੇ ਜੁਮਲਾ ਇੱਕ ਸਮਝਾਉਣ ਲੱਗਾ, ਜ਼ਰਾ ਤਵੱਜੋ ਮੇਰੇ ਵੱਲ। ਨੀਂਦ ਤੇ ਨਹੀਂ ਆ ਰਹੀ? ਹਾਂ, ਫਿਰ ਵੇਖੋ ਨਾ, ਜੇ ਨੀਵੀਂ ਪਾਓਗੇ ਮੈਂ ਸਮਝਾਂਗਾ ਤੁਹਾਨੂੰ ਨੀਂਦ ਆ ਰਹੀ, ਤੇ ਜੇ ਮਸਜਿਦ 'ਚ ਆ ਗਏ ਹੋ, ਅੱਲਾ ਨੇ ਤੁਹਾਨੂੰ ਲੈ ਆਂਦਾ ਹੈ, ਅਲਹਮਦੁਲਿਲਾ। ਅਗਰ ਅੱਲਾ ਨੇ ਤੁਹਾਨੂੰ ਸਾਨੂੰ ਲੈ ਆਂਦਾ ਹੈ, ਫਿਰ ਥੋੜੀ ਜਿਹੀ ਦੇਰ ਲਈ ਤਵੱਜੋ ਕਰੋ। ਕੋਈ
ਕੋਈ ਸਾਥੀ ਨਾ ਦਾएं ਬਾएं ਨਾ ਵੇਖੇ ਔਰ ਨੀਵੀਂ ਵੀ ਨਾ ਪਾਏ। ਵੇਖੋ ਮੇਰੇ ਵੱਲ ਤਾਂ ਕਿ ਮੈਨੂੰ ਇਹ ਅਹਿਸਾਸ ਹੋਏ ਕਿ ਇਹਨਾਂ ਅੰਦਰ ਜ਼ੌਕ ਸ਼ੌਕ ਹੈ ਤੇ ਮੈਂ ਬਾਤ ਨੂੰ ਆਸਾਨ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਨਾ। ਇਹ ਸਾਰੇ ਮੌਜੂ ਦਾ ਮੈਂ ਤੁਹਾਨੂੰ ਇੱਕ ਨਿਚੋੜ ਦੇ ਅੰਦਰ ਇੱਕ ਜੁਮਲਾ ਦੇਣ ਲੱਗਾ, ਉਸ ਜੁਮਲੇ ਤੇ ਗੌਰ ਕਰਨਾ। ਜਿਹੜਾ ਬੰਦਾ ਦੀਨਦਾਰ ਬੰਦਾ ਹੋ ਗਿਆ ਨਾ, ਜਿਸ ਬੰਦੇ ਨੇ ਆਪਣੇ ਘਰ ਅੰਦਰ, ਆਪਣੀ ਔਲਾਦ ਅੰਦਰ, ਆਪਣੀ ਬੀਵੀ ਅੰਦਰ, ਆਪਣੇ ਬਿਜ਼ਨਸ ਅੰਦਰ, ਆਪਣੇ ਲੈਣ ਦੇਣ ਦੇ ਮਾਮਲਾਤ ਦੇ ਅੰਦਰ ਸਰ ਤੋਂ ਲੈ ਕੇ ਕਦਮਾਂ ਤੱਕ ਜਿਹੜਾ ਬੰਦਾ ਇਸਲਾਮ ਦੀਨ ਅੰਦਰ ਦਾਖਲ ਹੋ ਗਿਆ ਹੈ ਨਾ, ਉਹ ਮੱਟੀ ਦਾ ਕਾਰੋਬਾਰ ਕਰ ਲੇ, ਅੱਲਾਹ ਪਾਕ ਉਹਨੂੰ ਮੱਟੀ ਦੇ ਕਾਰੋਬਾਰ ਦੇ ਅੰਦਰ ਵੀ ਘਾਟਾ ਨਹੀਂ ਆਉਣ ਦੇਗਾ। ਔਰ ਜਿਸ ਬੰਦੇ ਅੰਦਰ ਦੀਨਦਾਰੀ ਨਹੀਂ ਨਾ, ਦੀਨ ਦੇ ਨਾਲ ਬੇਵਫਾਈ ਕਰਦਾ ਹੈ, ਉਹ ਹੀਰੇ ਜਵਾਹਰਾਤ ਦਾ ਕੰਮ ਕਰਦਾ ਰਹੇ, ਉਹਦੇ ਅੰਦਰ ਖੈਰ ਹੀ ਨਹੀਂ। ਜਦੋਂ ਖੈਰ ਹੀ ਕੋਈ ਨਹੀਂ, ਲਿਹਾਜ਼ਾ ਉਹਦੇ ਕਾਰੋਬਾਰ ਅੰਦਰ ਬਰਕਤ ਕੋਈ ਨਹੀਂ। ਜਿਸ ਕਾਰੋਬਾਰ ਅੰਦਰ ਬਰਕਤ ਨਹੀਂ, ਯਾਦ ਰੱਖਣਾ ਸ਼ੈਤਾਨ ਦਾ ਹਿੱਸਾ ਤੇਰੇ ਘਰ ਅੰਦਰ ਪੈ ਰਿਹਾ ਹੈ, ਤੇਰੇ ਕਾਰੋਬਾਰ ਅੰਦਰ ਹੈ। ਔਰ ਇਹ ਸ਼ੈਤਾਨ ਚਾਹੁੰਦਾ ਹੈ ਮੈਂ ਇਸ ਬੰਦੇ ਨੂੰ ਦੀਨ ਤੋਂ ਦੂਰ ਕਰਾਂ। ਜਦੋਂ ਦੀਨ ਤੋਂ ਦੂਰ ਹੋਵਾਂਗੇ ਅਸਾਂ ਖੈਰ ਤੋਂ ਦੂਰ ਹੋਵਾਂਗੇ, ਭਲਾਈ ਤੋਂ ਦੂਰ ਹੋਵਾਂਗੇ। ਇਸ ਵਾਸਤੇ ਕੰਮ ਕਰਨ ਤੋਂ ਪਹਿਲੇ, ਬਿਜ਼ਨਸ ਕਰਨ ਤੋਂ ਪਹਿਲੇ, ਸਭ ਨਾਲੋਂ ਪਹਿਲੇ ਪੜ੍ਹਿਆ ਕਰੋ ਦੀਨ ਨੂੰ, ਸੁਣਿਆ ਕਰੋ ਦੀਨ ਨੂੰ, ਉਲਮਾ ਦੇ ਕੋਲੋਂ ਪੁੱਛਿਆ ਕਰੋ ਇਸ ਮਾਮਲੇ ਦੇ ਬਾਰੇ। ਸਹਾਬਾ ਇਕਰਾਮ ਐਸੇ ਸਹਾਬਾ ਇਕਰਾਮ ਸਨ ਜਿਹੜੇ ਮੱਕਿਓਂ ਹਿਜਰਤ ਕਰਕੇ ਕੰਗਾਲ ਹੋ ਕੇ, ਨਾ ਔਲਾਦ ਨਾ ਬੀਵੀ ਨਾ ਬੱਚੇ, ਤਨ ਤਨਹਾ ਇਕੱਲੇ ਆ ਗਏ। ਪ੍ਰਾਪਰਟੀਆਂ ਬੜੀਆਂ ਸੀ, ਦੁਕਾਨਾਂ ਬੜੀਆਂ ਸੀ ਔਰ ਉਰੂਜ ਤੇ ਬਿਜ਼ਨਸ ਤੇ ਕਾਰੋਬਾਰ ਸੀ, ਛੱਡ ਕੇ ਤਨ ਤਨਹਾ ਇਕੱਲੇ ਆਏ ਨੇ। ਕੋਲ 1 ਰੁਪਈਆ ਨਹੀਂ, ਕੋਲ ਜਾਇਦਾਦ ਨਹੀਂ, ਕੋਲ ਪ੍ਰਾਪਰਟੀ ਨਹੀਂ। ਲੇਕਿਨ ਜਿਵੇਂ ਮੰਡੀਆਂ ਅੰਦਰ ਦਾਖਲ ਹੋ ਗਏ ਨੇ, ਅੱਲਾਹ ਪਾਕ ਨੇ ਕੱਖਾਂ ਤੋਂ ਚੁੱਕ ਕੇ ਲੱਖਾਂ ਤੇ ਕਰੋੜਾਂ ਤੇ ਅਰਬਾਂ ਦੇ ਅੰਦਰ ਉਹਨਾਂ ਨੂੰ ਕਰ ਛੱਡਿਆ। ਵਜ੍ਹਾ ਕੀ ਸੀ? ਸਹਾਬਾ ਇਕਰਾਮ ਬਿਜ਼ਨਸ ਕਾਰੋਬਾਰ ਬਾਅਦ ਅੰਦਰ ਕਰਦੇ ਸਨ, ਪਹਿਲੇ ਉਸ ਬਿਜ਼ਨਸ ਦੇ ਮੁਤਅਲਕ ਦੀਨ ਨੂੰ ਪੜ੍ਹਦੇ ਸਨ। ਹੁਣ ਵੇਖਿਆ ਜੀ ਨਾ, ਕੋਈ ਬੰਦਾ ਗੱਡੀ ਚਲਾਉਣ ਲੱਗਾ, ਅਗਰ ਤੁਹਾਨੂੰ ਪਤਾ ਹੋਏ ਵੀ ਇਹ ਗੱਡੀ ਦਾ ਸਹੀ ਤਰ੍ਹਾਂ ਡਰਾਈਵਰ ਨਹੀਂ, ਇਹਦਾ ਲਾਇਸੈਂਸ ਨਹੀਂ, ਕੀ ਖਿਆਲ ਹੈ ਉਹਦੀ ਗੱਡੀ ਅੰਦਰ ਸਫ਼ਰ ਕਰਨਾ ਪਸੰਦ ਕਰੋਗੇ? ਕਿਉਂ? ਜਾਨ ਦਾ ਖਤਰਾ ਹੈ, ਜਾਨ ਦਾ ਖਤਰਾ ਹੈ। ਜਾਨ ਦੀ ਵੀ ਤਾਂ ਹਿਫਾਜ਼ਤ ਕਰਨੀ ਹੈ ਨਾ। ਸਾਨੂੰ ਪਤਾ ਹੈ ਇਹ ਬੰਦਾ ਜਿਹੜਾ ਹੈ ਇਸ ਮਾਮਲੇ ਦੇ ਅੰਦਰ ਜਾਹਲ ਹੈ, ਇਹ ਗੱਡੀ ਸਹੀ ਤਰ੍ਹਾਂ ਨਹੀਂ ਚਲਾ ਸਕਦਾ। ਔਰ ਅਗਰ ਸਾਨੂੰ ਨਾ ਪਤਾ ਹੋਏ, ਪੁਲਿਸ ਨੂੰ ਪਤਾ ਚੱਲ ਜਾਏ, ਪੁਲਿਸ ਨੇ ਉਹਦੀ ਗੱਡੀ ਰੋਕ ਦੇਣੀ ਹੈ, ਲਾਕ ਕਰ ਦੇਣੀ ਹੈ, ਉਹਨੂੰ ਚਲਾਨ ਕਰਕੇ ਅੰਦਰ ਕਰ ਦੇਣੀ ਹੈ। ਵਜ੍ਹਾ ਕੀ ਹੈ? ਯਾਰ ਪਹਿਲੇ ਤੂੰ ਇਸ ਗੱਡੀ ਨੂੰ ਪੜ੍ਹਿਆ ਨਹੀਂ, ਇਹਦੇ ਕਾਨੂੰਨ ਨੂੰ ਪੜ੍ਹਿਆ ਨਹੀਂ, ਉਸ ਤੋਂ ਬਾਅਦ ਤੂੰ ਲਾਇਸੈਂਸ ਨਹੀਂ ਬਣਾਇਆ, ਸਰਟੀਫਿਕੇਟ ਲੈਣ ਤੋਂ ਬਾਅਦ ਫਿਰ ਤੂੰ ਹੱਕ ਹਾਸਲੇ ਸੀਟ ਤੇ ਆਏ। ਯਾਰ ਅਸਾਂ ਕਿੱਡੇ ਭੋਲੇ ਭਾਲੇ ਆ। ਹਰ ਕੰਮ ਜਿਹੜਾ ਦੁਨੀਆਦਾਰੀ ਦਾ ਕਰਨੇ ਆ, ਆਪਣੀ ਔਲਾਦ ਨੂੰ ਬਿਜ਼ਨਸ ਕਰਾਉਂਦੇ ਆ, ਪਹਿਲੇ ਕੰਮ ਨੂੰ ਸਿਖਾਉਂਦੇ ਆ, ਸਿਖਾਉਣ ਤੋਂ ਬਾਅਦ ਕਿਉਂ ਸਾਡਾ ਕੋਈ ਮਾਲੀ ਨੁਕਸਾਨ ਨਾ ਹੋ ਜਾਏ। ਤੇ ਜਦੋਂ ਦੀਨ ਦੀ ਵਾਰੀ ਆ ਜਾਏ ਫਿਰ ਅਸਾਂ ਐਡੇ ਭੋਲੇ ਭਾਲੇ ਹੋ ਜਾਂਦੇ ਆ। ਦੀਨ ਦੀ ਵਾਰੀ ਅਸੀਂ ਆਪਣੀ ਔਲਾਦ ਨੂੰ ਇੱਕ ਲਫ਼ਜ਼ ਨਹੀਂ ਪੜ੍ਹਾਉਂਦੇ, ਐ ਮੇਰੇ ਪੁੱਤਰ ਇਹ ਕਾਰੋਬਾਰ ਕਰਨ ਲੱਗਾ, ਇਸ ਕਾਰੋਬਾਰ ਦੇ ਅੰਦਰ 2 ਨੰਬਰੀ ਨਹੀਂ ਕਰਨੀ। ਕਿਉਂ? ਪਹਿਲੇ ਦੀਨ ਨੂੰ ਲਿਆਓ, ਫਿਰ ਉਸ ਤੋਂ ਬਾਅਦ ਕਾਰੋਬਾਰ ਕਰੋ। ਪਹਿਲੇ ਦੀਨ। ਸਹਾਬਾ ਇਕਰਾਮ ਅਗਰ ਕੋਈ ਗੋਸ਼ਤ ਕਰਕੇ ਤਕਸੀਮ ਕਰਦਾ ਸੀ, ਗੋਸ਼ਤ ਕਰਕੇ ਵੇਚਦਾ ਸੀ, ਕਸਾਈ ਸੀ, ਸਭ ਤੋਂ ਪਹਿਲੇ ਗੋਸ਼ਤ ਵੇਚਣ ਤੋਂ ਪਹਿਲੇ ਉਹ ਦੀਨ ਨੂੰ ਪੜ੍ਹਦਾ ਸੀਗਾ, ਫਿਰ ਗੋਸ਼ਤ ਵੇਚਦਾ ਸੀਗਾ। ਜਦੋਂ ਦੀਨ ਨੂੰ ਪੜ੍ਹ ਕੇ ਅਸਾਂ ਕਾਰੋਬਾਰ ਕਰਾਂਗੇ, ਦੀਨ ਨੂੰ ਪੜ੍ਹ ਕੇ ਕੱਪੜਾ ਵੇਚਾਂਗੇ, ਦੀਨ ਨੂੰ ਪੜ੍ਹ ਕੇ ਕਾਰੋਬਾਰ ਕਰਾਂਗੇ, ਦੀਨ ਨੂੰ ਪੜ੍ਹ ਕੇ ਤਜਾਰਤ ਕਰਾਂਗੇ, ਦੀਨ ਨੂੰ ਪੜ੍ਹ ਕੇ ਰਿਸ਼ਤੇ ਕਰਾਂਗੇ, ਦੀਨ ਨੂੰ ਪੜ੍ਹ ਕੇ ਨਿਕਾਹ ਕਰਾਂਗੇ। ਤਲਾਕਾਂ ਕਿਉਂ ਆਮ ਹੋ ਗਈਆਂ ਨੇ? ਔਰਤ ਨੂੰ ਪਤਾ ਹੀ ਨਹੀਂਗਾ ਮੇਰੇ ਖਾਵੰਦ ਦਾ ਮੁਕਾਮ ਕੀ ਹੈ, ਖਾਵੰਦ ਨੂੰ ਪਤਾ ਹੀ ਨਹੀਂ ਬੀਵੀ ਦੀ ਇੱਜ਼ਤ ਕੀ ਹੈ। ਇੱਕ ਇੱਕ ਚਾਹ ਦੇ ਕੱਪ ਤੋਂ ਮੇਰੇ ਕੋਲ ਐਸੇ ਮਸਾਇਲ ਇਸ ਵਕਤ ਤੱਕ ਐਸੇ ਮਸਾਇਲ ਜਿਹੜੇ ਮੇਰੇ ਕੋਲ ਇਸ ਟਾਈਮ WhatsApp ਦੇ ਅੰਦਰ ਮੈਸੇਜ ਮੌਜੂਦ ਨੇ, ਜਿਹੜੇ ਮੀਆਂ ਬੀਵੀ ਦੇ ਦਰਮਿਆਨ ਤਲਾਕਾਂ ਹੋਈਆਂ ਨੇ। ਵਜ੍ਹਾ ਪੁੱਛੀ ਜਾਏ, ਇੱਕ ਚਾਹ ਦੇ ਕੱਪ ਦੀ ਲੇਟ ਹੋਣ ਦੀ ਵਜ੍ਹਾ, ਕੱਪੜੇ ਇਸਤਰੀ ਕਰਨ ਦੀ ਵਜ੍ਹਾ, ਜੁੱਤੀ ਪਾਲਿਸ਼ ਕਰਨ ਦੀ ਵਜ੍ਹਾ, ਇਸ ਵਜ੍ਹਾ ਤੋਂ ਤਲਾਕਾਂ ਹੋਈਆਂ ਨੇ। ਯਾਦ ਰੱਖ, ਅਗਰ ਚਾਹੁੰਦੇ ਹੋ ਤਲਾਕਾਂ ਵਾਲੇ ਮਾਮਲਾਤ ਖਤਮ ਹੋ ਜਾਣ, ਸਭ ਤੋਂ ਪਹਿਲੇ ਆਪਣੀ ਧੀ ਨੂੰ ਦੀਨ ਪੜ੍ਹਾ, ਆਪਣੇ ਪੁੱਤ ਨੂੰ ਦੀਨ ਪੜ੍ਹਾ, ਉਹਨੂੰ ਪਤਾ ਚੱਲੇ ਨਿਕਾਹ ਦੇ ਮਕਾਸਦ ਕੀ ਹੈ, ਨਿਕਾਹ ਕਰਨ ਦੀ ਅਸਲ ਵਜ੍ਹਾ ਕੀ ਹੈ। ਔਰ ਇਸ ਨਿਕਾਹ ਦੇ ਨਾਲ ਮੇਰਾ ਤੇ ਈਮਾਨ ਮੁਕੰਮਲ ਹੋ ਗਿਆ ਹੈ। ਜਦੋਂ ਬੰਦੇ ਨੂੰ ਪਤਾ ਹੈ ਕਿ ਮੇਰੇ ਈਮਾਨ ਦਾ ਮਸਲਾ ਹੈ, ਉਹ ਲੱਖ ਕੋਈ ਘਰ ਦੇ ਅੰਦਰ ਲੜਾਈ ਪੈ ਜਾਏ, ਆਪਣੀ ਜ਼ੁਬਾਨ ਚੋਂ ਤਲਾਕ ਦਾ ਲਫ਼ਜ਼ ਨਹੀਂ ਕੱਢਦਾ। ਹੁਣ ਤੇ ਮਾੜੀ ਜੀ ਗੱਲ ਹੋਈ ਹੈ ਤੇ ਚੁੱਕ ਡੰਡਾ ਲੈਨੇ, ਤੈਨੂੰ ਮੈਂ ਤਲਾਕ ਦੇ ਦਿਆਂਗਾ। ਮਰਦ ਨੇ ਗੱਲ ਕਰ ਦਿੱਤੀ ਹੈ, ਔਰਤ ਨੂੰ ਇਹ ਸ਼ਊਰ ਹੀ ਨਹੀਂ, ਔਰਤ ਨੂੰ ਦੱਸਿਆ ਹੀ ਨਹੀਂ ਕਿ ਦੀਨਦਾਰੀ ਕਿਸ ਚੀਜ਼ ਦਾ ਨਾਮ ਹੈ, ਦੀਨ ਪੜ੍ਹਾਇਆ ਹੀ ਨਹੀਂ। ਜਦੋਂ ਅਸਾਂ ਧੀ ਨੂੰ ਰੁਖਸਤ ਕਰਨੇ ਆ
ਕੁਰਾਨ ਚੁੱਕ ਕੇ ਨਾ ਭਾਈ ਤਾਰਕ, ਕੁਰਾਨ ਚੁੱਕ ਕੇ ਇੱਥੇ ਸਿਰ ਤੇ ਰੱਖ ਦਿੰਦੇ। ਮੈਂ ਇਹ ਕੀ ਚੱਕਰ ਹੈ, ਸਿਰ ਤੇ ਰੱਖ ਦਿੰਦੇ ਨੇ। ਇਸ ਕੁਰਾਨ ਦਾ ਤਰਜਮਾ ਧੀ ਦੇ ਦਿਲ ਅੰਦਰ ਉਤਾਰ। ਸਿਰ ਤੇ ਰੱਖਣ ਵਾਸਤੇ ਕੁਰਾਨ ਨਹੀਂ ਆਇਆ, ਕਸਮਾਂ ਤੇ ਸਫਾਈਆਂ ਦੇਣ ਵਾਸਤੇ ਕੁਰਾਨ ਨਹੀਂ ਆਇਆ। ਇਹ ਕੁਰਾਨ ਤੇ ਕੌਮਾਂ ਦੇ ਹਾਲਾਤ ਨੂੰ ਤਬਦੀਲ ਕਰਨ ਵਾਸਤੇ ਆਇਆ ਹੈ। ਉਸ ਵਕਤ ਤੱਕ ਸਾਡੀ ਹਾਲਤ ਤਬਦੀਲ ਨਹੀਂ ਹੋਏਗੀ, ਉਸ ਵਕਤ ਤੱਕ ਸਾਡੇ ਘਰਾਂ 'ਚੋਂ ਲੜਾਈਆਂ ਨਹੀਂ ਮੁੱਕਣਗੀਆਂ, ਜਿਸ ਵਕਤ ਤੱਕ ਇਸ ਕੁਰਾਨ ਨੂੰ ਪੜ੍ਹ ਕੇ ਤਰਜਮੇ ਤਫਸੀਰ ਨਾਲ ਅਸਾਂ ਇਹਦੇ ਅੰਦਰ ਅਮਲੀ ਜ਼ਿੰਦਗੀ, ਆਪਣੇ ਅਮਲੀ ਜ਼ਿੰਦਗੀ ਅੰਦਰ ਇਸ ਕੁਰਾਨ ਨੂੰ ਨਹੀਂ ਨਾਫਜ਼ ਕਰਾਂਗੇ, ਉਸ ਵਕਤ ਤੱਕ ਰਹਿਮਤ ਨਹੀਂ ਆਏਗੀ, ਬਰਕਤ ਨਹੀਂ ਆਏਗੀ, ਇਖਤਲਾਫਾਤ ਨਹੀਂ ਖਤਮ ਹੋਣਗੇ, ਝਗੜੇ ਤੇ ਲੜਾਈਆਂ ਖਤਮ ਨਹੀਂ ਹੋਣਗੀਆਂ। ਇਸੇ ਵਾਸਤੇ ਅੱਲਾਹ ਪਾਕ ਨੇ ਆਪਣੇ ਕੁਰਾਨ ਅੰਦਰ ਐਲਾਨ ਫਰਮਾਇਆ, ਜ਼ਰਾ ਨਾ ਇੱਕ ਵਾਰੀ ਮੁਹੱਬਤ ਤੇ ਪਿਆਰ ਦੇ ਨਾਲ ਦਰੂਦ ਪੜੋ ਤੇ ਸੀਨੇ ਠੰਡ ਪਾਓ ਤਾਂ ਕਿ ਦਿਲ ਰਾਜ਼ੀ ਹੋਏ। ਤੇ ਫਿਰ ਮੈਂ ਤੁਹਾਨੂੰ ਕੁਰਾਨ ਸੁਣਾਨਾ ਤੇ ਫਿਰ ਮੈਂ ਤੁਹਾਨੂੰ ਦੱਸਣਾ ਵਾ ਕਿ ਜਿਹੜਾ ਬੰਦਾ ਦੀਨ ਨਾਲ ਜੁੜ ਜਾਂਦਾ ਹੈ, ਅੱਲਾਹ ਕਿਵੇਂ ਉਹਦੇ ਵਾਸਤੇ ਮੁਸ਼ਕਲ ਰਾਹਾਂ ਨੂੰ ਆਸਾਨ ਕਰ ਦਿੰਦਾ ਹੈ। ਮੁਸੀਬਤ ਦੇ ਬਣੇ ਹੋਏ ਪਹਾੜ ਅੱਲਾਹ ਪਾਕ ਉਹਨੂੰ ਸੁੱਖਾਂ ਦੇ ਅੰਦਰ ਕਿਵੇਂ ਤਬਦੀਲ ਕਰ ਦਿੰਦਾ ਹੈ। ਮੈਂ ਆਪਣਾ ਦਾਵਾ ਕਰ ਚੁੱਕਿਆ, ਜਿਹੜਾ ਬੰਦਾ ਅੱਜ ਦੇ ਦੌਰ ਅੰਦਰ ਦੀਨਦਾਰ ਬੰਦਾ ਹੈ, ਦੀਨ ਨਾਲ ਪਿਆਰ ਹੈ, ਦੀਨ ਨਾਲ ਮੁਹੱਬਤ ਉਹਦੇ ਦਿਲ ਅੰਦਰ ਪੈਦਾ ਹੋ ਗਈ ਹੈ ਨਾ, ਜ਼ੌਕ ਔਰ ਸ਼ੌਕ, ਉਹਨੇ ਕੋਸ਼ਿਸ਼ ਕਰ ਲਈ ਹੈ, 1% ਵੀ ਕੋਸ਼ਿਸ਼ ਕਰ ਲਈ ਹੈ, ਬੜੀਆਂ ਬੜੀਆਂ ਮੁਸੀਬਤਾਂ ਅੱਲਾਹ ਪਾਕ ਟਾਲ ਕੇ ਆਸਾਨੀਆਂ ਅੰਦਰ ਕਿਵੇਂ ਤਬਦੀਲ ਕਰਕੇ ਫੁੱਲ ਤਰ੍ਹਾਂ ਦੀ ਜ਼ਿੰਦਗੀ ਹੌਲੀ ਖੁਸ਼ਬੂਦਾਰ ਕਿਵੇਂ ਅਤਾ ਕਰਦੇ ਨੇ। ਮੈਂ ਇਹਦੇ ਉੱਪਰ ਦਲਾਇਲ ਦੇਣਾ, ਸੁਣੀਏ ਜ਼ਰਾ ਅੱਲਾਹ ਪਾਕ ਦੇ ਕੁਰਾਨ ਨੂੰ ਔਰ ਪਿਆਰੇ ਹਬੀਬ ਇਮਾमुल अंबिया जनाबे मुहम्मद सल्लल्लाहु अलैहि व आलिहि वसल्लम दे फरमान नु सुनिए। अल्लाह पाक दा कुरान सुनिए। कुरान पाक अल्लाह पाक ने सूरह बकरा दे अंदर ऐलान फरमाया या अय्युहल्लज़ीना आमनु दुखुलू फिस्सिल्मि काफ़्फ़ा वला तत्तबिउ खुतवातिश शैतान इन्नहु लकुम अदुव्वुम मुबीन। एक बारी फिर कह दियो, ये ना इस वालीम ने एक बारी ठूंगा मार दे, खराबी है अजे, एक ठूंगा शूंगा मार दे, चलदा ठूंगे ना अजकल। तवज्जो करना, अल्लाह फरमांदे ने ए ईमान वालियो, बस ठीक होगी। अल्लाह फरमांदे ने ए ओ लोगो जड़े ईमान लैके आ गए हो, उदखुलो दाखिल हो जाओ, उदखुलो चले जाओ, उदखुलो शामिल हो जाओ, फिस्सिल्मि काफ़ा अपने सर तो लेके ते कदमा तक इस्लाम दे अंदर दाखिल हो जाओ। की माना है अपना हर मामला दीन दे सपुर्द कर देवो। जेड़ा भी कम करो पहले दीन नू पढ़ो, अपने अंदर दीनी जज्बा पैदा कर लवो, अपने अंदर इस्लाम दी दौलत नू पैदा कर लवो। ए दीन दे नाल मुहब्बत करने वाला बंदा, ए दीन दे नाल प्यार करने वाला बंदा, ओदियां रावां दे अंदर किनियां मुश्किलां क्यों ना आ जान, अल्लाह हर मुश्किल दा लक तोड़ के रख देंदे ने। अल्लाह हर मुश्किल नू आसान कर देंदे ने। हर मुश्किल राह नू तेरे वास्ते अल्लाह आसान बना देंगे अगर सर तो लेके कदमा तक इस्लाम दे अंदर दाखिल हो जाएगा। वला तत्तबिउ खुतवातिश शैतान, और शैतान दी पैरवी ना करो, शैतान दे पीछे ना चलो। इन्नहु लकुम अदुव्वुम मुबीन। बेशक है जड़ा शैतान है तुहाडा खुला दुश्मन है, है जड़ा शैतान है तुहाडे वास्ते वाज़े दुश्मन है। इस शैतान दी दुश्मनी दे कोलों बचना चाहते हो, ऐ शैतान दे शर दे कोलों बचना चाहते हो, प्यारे हो आ जाओ दीन अंदर दाखिल हो जाओ। अपनी औलाद नू दीन अंदर दाखिल कर लो, अपनी बीवी नू दीन अंदर दाखिल कर लो, अपने आप नू दीन अंदर दाखिल कर लो, अपने बिजनेस नू दीन अंदर दाखिल कर लो,
اپنے کاروبار نو دین اندر داخل کر لو, اپنے اہل و عیال نو دین اندر داخل کر لو. مسجد دے اندر تاں بھی دین ہے, مسجد چوں نکل جائے پھر بھی دین ہے. اپنی مارکیٹ نو دین اندر داخل کرنا تیرا کام ہے, مشکل راواں نو آسان کر دینا عرش والے رب رحمان دا کام ہے. ماشاءاللہ ہے نمازی ہے دیندار ہے, لیکن دینداری دی ویکھیا جے اے کنی ک محدود دینداری ہے. جدوں پتر دی شادی ہونی ہے کنجر بھی ہونے شادیاں تے, ڈھول ٹھمکے بھی ہونے نے, جو جڑا نا بازاری بدماشاں والا کام لفنگیاں والا کام او ساڈے گھر چ ہونا ہے. دس مینوں دینداری کتھے گئی ہے ایتھے؟ کہندا مولوی جی میں کی کراں میری منی نہیں جاندی. جے تیری منی نہیں جاندی اس واسطے منی نہیں جاندی تیری بنیاد غلط سی. اگر بنیاداں دے اندر اولاد دیاں بنیاداں دے اندر بیوی نو نکاح کرن تو پہلے بنیاداں دے اندر اگر دین نو نافذ کیتا ہوندا اج تیری اے حالت نہ ہوندی. تو عشاء ویلے مسجد دے اندر ہے, تہجد ویلے مسجد دے اندر ہے, تو نمازاں جوگا رہ گیا. تیرے گھر اندر ساریاں بغیرتیاں ہو رہی نے, تیرے گھر دے اندر وہ سارے بازاری تے لفنگے تے کنجراں والے کام ہو رہے نے. حضرت جی ایتھے لفظ اہل حدیث تیرے کام نہیں آئے گا, لفظ اہل سنت کام نہیں آئے گا. او تیریاں تیاں ننگے منہ نچل, او تیرے گھر دے اندر سارا بے حیائی والا کام ہوئے. یاد رکھ تیرے واسطے ہر خیر دا دروازہ بند ہو گیا ہے. اساں نہیں چھڈے تیاں دے حق, نمازاں پڑھ پڑھ کے سجدے کر کر کے اپنے آپ نو اہل حدیث اہل سنت بھی کہوا لیا ہے. اساں تیاں دے حق جان بوجھ کے پتراں دے نہ کر کے کہنے ہیں میں دین دا ٹھیکیدار ہاں, سارا دین ہی میں ملی بیٹھا وا. سرکار کی آمد مرحبا, سرکار تو جان بھی قربان ہے, لیکن دھی دا حق او دے نام کرنا اے سانو قبول کوئی نہیں. جان تو قربان کرنا قبول ہے. کھوکھلے نعرے کھوکھلے دعوے, فلسطین دے اندر فلسطینیاں تے کڈا ظلم ہو رہا ہے, کنی جبر ہو رہا ہے, اور کی کچھ انہاں دے نال کیتا جا رہا ہے, کٹیا تے وڈیا جا رہا ہے. مولوی کہہ کے تھک گئے نے, علماء تانوں کہہ کے تھک گئے نے, یار ہور اسی کچھ نہیں کر سکدے, کچھ نہیں کر سکدے. او گھر اندر بہ کے او اسرائیل دی جڑی چیزاں نے اشیاء نے جڑیاں انہاں دیاں تیار کیتیاں انہاں دا بائیکاٹ کر لئیے. اسا نہیں کیتا. اگر کوک نہیں پیواں گے مر جاواں گے, پیپسی نہیں پیواں گے مر جاواں گے, انہاں دے شیمپو دے نال اگر نہیں نہاواں گے مر جاواں گے. مجال ہے اساں ایک انچ بھی اپنے اندر تبدیلی پیدا کر لئیے, ایک انچ بھی اینا قبول کر لئیے. یار گھر دے اندر بہ کے اسی کچھ نہیں کر سکدے, کچھ نہیں کر سکدے. میں منیا اساں بے بس آ, ساڈے ہاتھ وس کچھ نہیں. یار جنہ کو ہوندا ہے اوناں تے بائیکاٹ کر لے, جنہ کو تیرے کول اختیار ہے. ایک بندہ کہنے لگا قاری صاحب بندہ کنیاں کو چیزاں دا بائیکاٹ کرے, ہر چیز ہی انہاں دی ہے, ہر چیز ہی انہاں دی ہے. میں کہا وہ غیر مسلم ہو کے چیز دا معیار اچھا کرن تے غور کرو نا اپنے دینی جذبے تے. اسا مسلمان ہو کے پاکستان دے اندر اپنے معاشرے دے اندر لے کے اپنی قوم تے عوام نو خالص چیز ہی نہیں دے سکے. پھر لو پورا ملتان, میں ایک دعویٰ کرن لگا تہاڈا ملتان ہے, ایس نکروں لگ کے ادھر چلے جاؤ, ادھروں لگ کے ادھر چلے جاؤ, پورے ملتان اندروں دودھ خالص لب کے دے دیو. ہے اساں دین دے ٹھیکیدار ہاں. کوئی کھان پین والیاں چیزاں چیک کرا کے دیکھ لو, تانوں کوئی ایک چیز ایسی نہیں ملے گی جدے اندر ملاوٹ نہ ہوئے. ہر چیز اندر دھوکھا کرے, ہر چیز اندر ملاوٹ کرے, اور ملاوٹ کرن تو بعد آ کے کر لا سجدے حج کر لے, کوئی فائدہ نہیں انہاں حجاں تے صدقیاں دا. اللہ پاک سانو سمجھن دی توفیق عطا فرمائے. فرمایا یا ایھا الذین آمنوا ادخلوا فی السلم کافہ, اے ایمان والیو پورے دے پورے دین اندر داخل ہو جاؤ,
पूरे दे पूरे इस्लाम दे अंदर दाखिल हो जाओ। मैं एक रवायत पढ़ना, एक हदीस पढ़ना, ज़रा तवज्जो करना। हदीस बड़ी प्यारी है, रवायत बड़ी प्यारी है। नबी पाक ने सैयदना अबू हुरैरा रज़ी अल्लाह तआला अन्हु दियां ड्यूटियां ईद उल फितर दा जिहड़ा सदका है फितराना इकट्ठा हुंदा है, एक बहुत बड़ा ढेर लग गया। सहाबा इकराम एक जगह ते जमा करते सन, ए बहुत बड़ा ढेर लग गया ते अबू हुरैरा दियां ड्यूटियां लगा दित्तियां ने। ए सदकातुल फितर दे माल ते अबू हुरैरा नूं खड़िया कर दिता है, निगरान बना दिता है। आपने फरमाया अबू हुरैरा सारी रात सदके दा पैरा दे, इस सदके दे ऊपर जरा तवज्जो करना, कोई चोरी ना कर ले। अद्धी को रात दा वेला आया ना, जिधर अबू हुरैरा चारपाई डाह के निगरानी कर रहे सुते सन ना, उहदे मुखालफ साइड तो एक बंदा आया, उन्हें गट्टू फड़िया, वो जड़ा माल है ना सदकातुल फितर दा उन्हें पाउना शुरू कर दिता। हज़रत अबू हुरैरा जाग रहे सन क्योंकि चुकन्ने सन, उन्होंने थोड़ा जिहा ना शक शुबा होया। जो हौली हौली गए ने उस ढेरी की मुखालफ साइड ते गए, वेख्या एक बंदे नूं जाके गिरेबान तो फड़ लिया। हज़रत अबू हुरैरा ने जदों गिरेबान तो फड़िया, उन्हें सारे दा सारा माल उत्थे कल्टी कीता ते पैरी डिग पिया, माफ़ी मंगन लग पिया। यार मैं माड़ा वां, गरीब हाँ, जो तरले सी उन्हें पाए, जो चोर दे काम में, जो डगेड़ दे काम में मिन्नतां कीतियां, तरले पाए। यार अज जान दे, मुड़ के मैं ए गलती नहीं करांगा, ए चोरी वाला डकैती वाला काम मैं नहीं करांगा। अबू हुरैरा दा क्योंकि नबी दा तरबियत याफ्ता साहबी सी, दिल बड़ा नरम सीगा। हज़रत अबू हुरैरा ने कहा चल अच्छा मिन्नतां करन दे, तरले करन दे, चल नुकसान केड़ा होया वो तो वापस हो गया, इनू यार जांदी करिए जान दीए। उहदे कोलों मिन्नत तरला करवाई तो उन्हें जड़ा ना माफ़ी मंगी है, उन्हें वादा किया कि आइंदा तो बाद मैं नहीं आवांगा, नहीं करांगा। हज़रत अबू हुरैरा ने उन्होंने वापस भेज छोड़े आए। दिन चढ़े है, नबी पाक नूं आके दसिया, नबी पाक ने पूछया दस अबू हुरैरा रात किवें गुजरी है? ऐ सोने महबूब जी रात ते बड़ी अच्छी गुजरी है। ऐसे इस तरह करके एक बंदा चोर ते डकैत आया ते इंज करके माल जिहड़ा है चोरी करदा पकड़िया गया। ऐ सोने महबूब जी ने मिन्नत की है, वादा किया है, मैं छोड़ दिता है। आपने फरमाया अबू हुरैरा गलत किया है, नहीं सी छोड़ना चाहिए। अच्छा अबू हुरैरा अगर रहम करके तोबा करा के उन्होंने छड़ दिता है कोई बात नहीं, अज जरा चुकन्ना होई, वो जड़ा बंदा रात आया सी अज फिर आएगा, जड़ा रात आया सी ना वो अज फिर आएगा। उही काम होया, उही टाइम होया, एवें थोड़ा जिहा अग्गा पिछा होया, वो बंदा फिर गट्टू लैके समान पा रहा होए ते अबू हुरैरा ने जाके फिर उतों ही काबू कर लिया। जदों उतों काबू किया ना तो वह हुण पिघल गया, रोवे पिटे, कह लगा जी मेरे बच्चे भुखे ने मरदे ने, मैं गुरबत की वजह तो चोरी पिया करना, मिन्नतां समाजतां जो तरले वास्ते पाए, बस अज दूसरी मरतबा माफ़ी दे दिओ, आइंदा तो बाद मेरी कसम है, मैं कसम देना आइंदा तो बाद नहीं आवांगा। अबू हुरैरा ने कहा यार हुण इन्ना ही रोई जांदा है, इन्ना ही रोई जांदा है, इन्ना परेशान है, चल कोई गल नहीं। हज़रत अबू हुरैरा ने दूसरी मरतबा फिर उन्होंने रिहा कर दिता है। दिन चढ़िया, नबी पाक नूं दसिया गया है। आपने फरमाया अबू हुरैरा अच्छा छड़ दिता है, कोई बात नहीं, तौबा कर लीए जी सोने महबूब जी, तौबा कर लीए। आपने फरमाया अबू हुरैरा ज़रा तवज्जो करें, अज तीसरी रात है ते आखिरी रात है सदकातुल फितर दी निगरानी दी, गौर करी अज बंदा फिर आएगा। अबू हुरैरा ने यकीन सी कि नबी पाक ने जदों फरमाता है ना बंदे ने आना ज़रूर है। अबू हुरैरा पहले नालों ज़्यादा चुकन्ने, चार चफेरे चक्कर पै मारन, चीज़ कोई नज़र ना आए। अद्धी को रात गुजर गई लेकिन कोई बंदा नेड़े तेड़े नज़र ना आया। अबू हुरैरा थोड़ा जिहा आराम कर लई चारपाई ते बैठे ने एक साइड ते हो के, ते एवें थोड़ी जी देर गुजरी है, वो दिल अंदर ख्याल आया यार मैं चक्कर मारा, वावा टाइम गुजर गया। वो जो चक्कर मारन लगे तो उसे बंदे नूं फिर पा लिया, वो थैले अंदर समान पिया पावे, वो राशन रूशन जिहड़ा कट्ठा होया सीगा जौं ते जो कुछ कट्ठा सी खजूरां सारा समान उन्होंने पाई जावे, गट्टू दे अंदर पाई जावे। जो दा गट्टू तैयार हो गया, चुकन दे करीब आ गया, अबू हुरैरा ने जाके फिर धौन तो फड़ लिया गिरेबान तो, बई अज तेरे वास्ते कोई माफ़ी नहीं। उन्हें गट्टू सुटिया, पैरां अंदर बह के ते इंज हथ बन के कह लगा
अबू हुरैरा अज माफ़ कर दे, तीसरा मौका है अज माफ़ कर दे, अज तो बाद मैं ऐसी गलती ते खता कोई नहीं करांगा। बार बार मिन्नत की, समाजत की। अबू हुरैरा कहंदे अज तेरे वास्ते कोई माफ़ी दे रहा कोई नहीं। ए जड़ा बंदा है ये खड़ा हो के पता की कहन लगा, अज माफ़ कर दे ते मैं तेनू एक गल दसन लगा वा। तुहाडा जड़ा कुरान है ना, इस कुरान दे अंदर सूरह बकरा दे अंदर एक आयत है, इस आयत नूं पढ़ लवी, इहदे पढ़न दी वजह दे नाल मैं जिंदगी भर तेरे माल दे करीब नहीं आवांगा, मैं कदी तेरा माल चोरी नहीं करांगा। जिहड़ा बंदा कुरान पाक दी इस आयत नूं पढ़ लैंदा है, फरमाया केड़ी आयत है? सूरह बकरा दी आयत नंबर 255 है। फरमाया जिहड़ा बंदा रात नूं सौ लगिया ए आयत पढ़ लवे, ए आयत पढ़न तो बाद सौ जाए ते गन्ना लैके उन्हों रखवाली करन दी जरूरत कोई नहीं। अल्लाह पाक उहदे माल दी हिफाजत कर लैणगे, अल्लाह पाक उहदी इज्जत नूं बचा लैणगे, अल्लाह उन्हों शैतान दे शर दे कोलों बचा लैणगे। हुण मैं जिहड़ा पॉइंट तुहानूं अपने मौजू दे मुतल्लिक देना चाहना, प्यारिओ जिहड़ा बंदा दीन नूं अपना ले अल्लाह उहदा माल महफूज कर देंदा है। जिहड़ा दीन नूं अपना ले अल्लाह शैतान कोलों बचा लैंदा है। जिहड़ा बंदा दीन नूं अपना ले, दीनदारी नूं पैदा कर ले, फरमाया कुरान पाक दी इस बरकत और दीन दी बरकत दी वजह दे नाल अल्लाह पाक उस बंदे दी इज्जत दी हिफाजत फरमा देंदे ने। किस तरह? हुण तवज्जो करना, जड़ा तुहानूं नुकता पॉइंट समझावन लगा। उन्होंने पढ़ी है आयत, केड़ी आयत है जिहदा मारूफ नाम है आयतुल कुर्सी। की है आयतुल कुर्सी है, अल्लाहु ला इलाहा इल्ला हुवल हय्युल कय्यूम ला ताखुजुहु सिनतुन वला नौम लहू मा फिस समावाति व मा फिल अर्ज़ मन ज़ल्लज़ी यशफ़उ इंदहु इल्ला बिइज़्निहि यअलमु मा बैना अयदीहिम व मा खल्फ़हुम वला युहीतून बिशैइन मिन इल्मिही इल्ला बिमा शाअ वसिअ कुर्सियुहु समावाति वल अर्ज़ वला यऊदुहु हिफ्ज़ुहुमा व हुवल अलियुल अज़ीम। आयत दसी है, उन्होंने पढ़ के फूक मारी, ये चला गया। अबू हुरैरा फरमाते ने मेरी जिंदगी गुजर गई, कभी मेरे घर अंदर की किसी दे घर अंदर जदों भी मैं सुता मैं अपने माल दे ऊपर, कोई चोर ने मेरे माल नूं कदी जिंदगी भर नुकसान तक नहीं पहुँचाया। तो नबी पाक नूं सारा वाकया आके सुनाया है ना। आपने फरमाया वो है तो झूठा सी पर गल सच्ची कर गया है शैतान सीगा। शैतान हो के ते ओ अपना आप दस गया है भी मेरी हथ कड़ी ऐ वे। हुण आयतुल कुर्सी कौन पढ़ेगा? जिहड़ा बंदा दीनदार है, जिन्हों दीन दा पता ही नहीं, दीन दी दाल दा पता नहीं, अलिफ बे दा पता नहीं, उन्होंने की पता है भी आयतुल कुर्सी किस बुला दा नाम है, आयतुल कुर्सी किनू आंदे ने। जदों असां दीन नाल जुड़ांगे, अपने आप नूं जोड़ांगे, अपनी औलाद नूं जोड़ांगे, सानू फिर पता चलेगा कि असां शैतान तो बचना चाहते हैं, अपना माल महफूज करना चाहते हैं, अपनी इज्जत महफूज करना चाहते हैं। इहदा इक्को वाहद हल है, डांगा ते सोटे लैके कदी माल महफूज नहीं होए। अगर माल महफूज होएगा तू दीनदार बन जा। दीनदार बनना तेरा काम है, तेरा माल महफूज कर देना अर्श वाले रब रहमान दा काम है। फरमाया आमनु दुखुलू फिस्सिल्मि काफ़ा, ए ईमान वाले हो पूरे दे पूरे दीन अंदर, इस्लाम अंदर दाखिल हो जाओ। रवाए सहीह मुस्लिम अंदर नबी पाक ने फरमाया जेड़ा बंदा फजर दी नमाज पढ़न तो बाद और मगरब दी नमाज पढ़न तो बाद तीन तीन मरतबा ए दुआ ते लफज पढ़ लेंदे ने, तीन तीन मरतबा ए पढ़ाई ते वजीफा पढ़ लेंदे ने, सारा दिन फिर नाश्ता करे, दोपहर दा खाना शाम दा खाना खाए, उन्होंने कोई खाना उहदे मैदे नूं नुकसान नहीं देगा।
سارے دن اندر جتنیاں موزی چیزاں اے زمین دے اوپر چل دیاں پھر دیاں نے کوئی موزی چیز او دے جسم نو نقصان نہیں دے گی اس بندے دی جان نو اللہ پاک محفوظ کر لین گے جیڑا بندہ اے پڑھائی تے وظیفہ پڑھ لیندا ہے فجر تو بعد کنی دفعہ فجر تو بعد پھر ایک باری بولو فجر تو بعد 3 دفعہ تے مغرب تو بعد 3 دفعہ اے جڑا وظیفہ تانوں میں دسن لگا اے ایک چھوٹا جہا وظیفہ ہے بڑا جسمانی لحاظ نہ جملے دے لحاظ نہ چھوٹا جہا ہے لیکن اے دے اندر کمال بڑا ہے رحمت بڑی ہے برکت بڑی ہے او سر دے والا تو لے کے پیراں دے ناخنا تک اللہ پاک تیری جان نو محفوظ کر دین گے اللہ تینوں حادثات تے ایکسیڈنٹاں تو بچا لین گے اللہ تینوں سپ تے ٹھویاں دے ڈنگاں تو بچا لین گے اللہ حاسدین دے حسد دے شر کولو بچا لین گے اللہ تینوں اے تویتاں والے جڑے لگے پھردے نے آ کالا تے نیلا تے پیلا جادو کرن والیاں دے شر دے کولو بچا لین گے اور اگر اللہ نہ کرے تے او جڑا کھانا ہے او تیرے معدے واسطے نقصان دہ سیگا اللہ پاک اس وظیفے پڑھائی دی برکت دے نال اللہ پاک اس خانے دے اندروں ایسی بیماری دے کولو تیرے معدے نو محفوظ کر لین گے او وظیفہ پتہ کیڑا ہے نبی پاک نے فرمایا جڑا بندہ پڑھدا ہے بسم اللہ الذی لا یضر مع اسمہ شیء پڑھو ہاں ماڑا جا فی الارض ولا فی السماء وہو السمیع العلیم آپ نے فرمایا لم یضرو کوئی بھی آسمان تے زمین دے درمیان انہوں کوئی بھی چیز نقصان دے ہی نہیں سکتی ٹبا سلطان پور نا ساڑا اپنا قریبی مرکز ہے تے میں کدی کدی اتھے جمعہ بلکہ شروع دے اندر میں پڑھاندا رہے ہیں مہینے دا 1-2 جمعہ اتھوں دے قاری صاحب نے تے او فرمایا کردے نے جدوں اساں شہر چونا ہوندا ہے نا میں کسے قسم دا کوئی دھونی نہیں لاؤندا منہ تے کپڑا نہیں بندا وہ ایویں ہی چڑھ کے نا وہ مکھیاں نو شہد دیاں نو ہاتھ پا کے اڑا دیندا پھوک مار کے ساریاں اڑ جاندیاں نے ایک مکھی نہیں لڑدی میں کیڑا جادو کردے ہو اے نبی پاک دی حدیث پڑھن تو بعد میرا اینا کوئی ایمان مضبوط ہویا ہے میں اس دعا نو 3 مرتبہ پڑھ کے درخت تے چڑھ جانا کوئی کسے قسم دی چیز مینوں نقصان تک نہیں دیندی وجہ کی ہے اساں صبح دے اذکار نہیں کردے شام دے اذکار نہیں کردے اذکار کیویں کرانگے جدوں ساڈے اندر دینداری کوئی نہیں جدوں ساڈے اندر دینداری ہوئے گی پھر ہی پڑھاں گے بسم اللہ الذی لا یضر مع اسمہ شیء فی الارض ولا فی السماء وہو السمیع العلیم اللہ پاک ایسے بندے دی جان نو محفوظ کر لیندے نے جڑا دین دے نال پیار کر لے اللہ پاک او دے مال نو محفوظ کر دیندے نے اللہ پاک اس بندے دی عزت نو محفوظ کر دیندے نے جس بندے اندر دین آ جائے دینداری آ جائے اللہ پاک انہوں صبر عطا کر دیندے نے جس بندے اندر دینداری آ جائے اللہ پاک انہوں شکر کرن والا بنا دیندے نے جس بندے اندر دینداری آ جائے اللہ پاک انہوں تقوی تے طہارت عطا کر دیندے نے جس بندے اندر دینداری آ جائے اللہ پاک او دے دلاں نو نرم کر دیندے نے جس بندے دے دل اندر دینداری آ جائے پیاریو جدو بندہ دیندار ہوئے تے خودکشیاں تو بچ جاندا ہے پڑھو سوشل میڈیا اٹھا کے مطالعہ کرو اس بندے نے اپنی دھی نو قتل کیتا اپنے پوت نو قتل کیتا پھر بیوی نو قتل کر کے اپنے سر اندر فیر مار دیتا ہے تے رکا لے کے کی گیا ہے او دنیا والے ہو میں بڑا ہی بے بس ہو گیا بڑا ہی دنیا تو تنگ ہو کے میں خودکشی کر لی میں نہیں سا جی سکتا دنیا نہیں سی دین دیندی میں کہا تو بے بس اس واسطے ہویا ہے کیونکہ تو دین تو دور سیگا آؤ جڑے ممبروں محراب اندر 10-10 20-20 30-30 ہزار تنخواہ 40-40 ہزار تنخواہ لین والے کدی کسے مولوی نے گل اندر پھندا پا کے خودکشی کیتی ہوئے لے کے آؤ کوئی ایسا واقعہ وجہ کی ہے جدو دینداری ہوئے گی پھر بندہ بے بس نہیں ہوندا دینداری ہوئے گی دنیا کنا بھی تنگ کر لے او دے اندر صبر ہوندا ہے او دے اندر تحمل ہوندا ہے او دے اندر شکر ہوندا ہے
ਜਦੋਂ ਦੀਨ ਤੋਂ ਦੂਰ ਹੋ ਜਾਾਂਗੇ, 1 ਲੱਖ ਰੁਪਈਆ ਤਨਖਾਹ ਹੈ ਮੇਰੇ ਪਿਆਰੇ ਭਾਈਓ, ਫਿਰ ਬੰਦਾ ਬੇਬਾਸੀ ਹੋ ਜਾਂਦਾ ਏ। ਜਦੋਂ ਬੰਦਾ ਦੀਨ ਦੇ ਕਰੀਬ ਹੋ ਜਾਏ, ਘਰ ਦੇ ਅੰਦਰ ਕੱਖ ਨਹੀਂ, ਉਹ ਲੂਣ ਮਿਰਚਾਂ ਦੇ ਨਾਲ ਖਾ ਕੇ ਸਬਰ ਖੁਦ ਸ਼ੁਕਰ ਕਰਦਾ ਏ, ਅੱਲਾ ਦਾ ਸ਼ੁਕਰ ਅਦਾ ਕਰਕੇ ਕਹਿੰਦਾ ਹੈ ਅੱਲਾ ਦਾ ਸ਼ੁਕਰ ਏ, ਅੱਲਾ ਪਾਕ ਨੇ ਮੇਰੀਆਂ ਧੀਆਂ ਦੀ ਇੱਜ਼ਤ ਨੂੰ ਮਹਿਫੂਜ਼ ਕੀਤਾ ਹੈ, ਮੇਰੇ ਘਰ ਦੀ ਇੱਜ਼ਤ ਨੂੰ ਮਹਿਫੂਜ਼ ਕੀਤਾ ਹੈ, ਅੱਲਾ ਨੇ ਸਾਡੀ ਜਾਨ ਨੂੰ ਮਹਿਫੂਜ਼ ਕੀਤਾ ਏ। ਉਹ ਸਬਰ ਸ਼ੁਕਰ ਦਾ ਫਲ ਲੈ ਕੇ ਫਿਰ ਆਰਾਮ ਕਰਕੇ ਸੌ ਜਾਏਗਾ। ਵਜ੍ਹਾ ਕੀ ਹੈ? ਦੀਨਦਾਰੀ। ਆਪਣੇ ਅੰਦਰ, ਆਪਣੀ ਔਲਾਦ ਦੇ ਅੰਦਰ ਦੀਨਦਾਰੀ ਪੈਦਾ ਕਰਨਾ ਤੁਹਾਡਾ ਸਾਡਾ ਕੰਮ ਹੈ। अल्लाह जान भी महफूज करेगा, अल्लाह माल भी महफूज करेगा, अल्लाह इज्जत भी महफूज करेगा। अल्लाह पाक हर दुख नू सुख दे अंदर तब्दील कर देंगे। फरमाया या अय्युहल्लज़ीना आमनु दुखुलू फिस्सिल्मि काफ़ा वला तत्तबिउ खुतवातिश शैतान वला तत्तबिउ खुतवातिश शैतान इन्नहु लकुम अदुव्वुम मुबीन।